ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਈ ਸੂਈ ਬੜੀ ਹੀ ਪਰ ਉਪਕਾਰੀ ਵਸਤੂ ਹੈ। ਇਹ ਆਪ ਨੰਗੀ ਰਹਿੰਦੀ ਹੈ, ਪਰ ਸਾਰੀ ਉਮਰ ਦੂਜਿਆਂ ਦੇ ਪਰਦੇ ਕੱਜਦੀ ਰਹਿੰਦੀ ਹੈ। ਆਪ ਦੁੱਖ ਸਹਿ ਕੇ ਪਰਉਪਕਾਰ ਕਰਦੀ ਹੈ। ਨਦੀ ਆਪ ਪਾਣੀ ਨਹੀਂ ਪੀਂਦੀ, ਪਰ ਲੱਖਾਂ ਖੇਤਾਂ ਨੂੰ ਖੁਸ਼ਹਾਲ ਕਰਦੀ ਹੈ। ਦਰਖਤ ਆਪ ਫਲ ਨਹੀਂ ਖਾਂਦਾ, ਪਰ ਦੂਜੇ ਦਾ ਪੇਟ ਭਰਦਾ ਹੈ ਤੇ ਛਾਂ ਦਿੰਦਾ ਹੈ। ਇਸੇ ਤਰ੍ਹਾਂ ਪਰ ਉਪਕਾਰੀ ਮਹਾਂਪੁਰਸ਼ ਸੂਈ, ਨਦੀ ਤੇ ਰੁੱਖ ਵਾਂਗਰੇ ਹੀ ਹੁੰਦੇ ਨੇ। ਸੂਈ ਜੋੜਦੀ ਹੈ, ਕੈਂਚੀ ਕੱਟਦੀ ਹੈ। ਹੁਣ ਦੇਖੋ, ਦਰਜੀ ਦੇ ਵੱਲ ਤੁਸੀਂ ਜਦੋਂ ਦੇਖੋਗੇ ਨਾ, ਤਾਂ ਦਰਜੀ ਨੇ ਸੂਈ ਨੂੰ ਆਪਣੇ ਦਸਤਾਰ ਦੇ ਵਿੱਚ ਲਗਾਇਆ ਹੁੰਦਾ ਹੈ, ਤਾਂ ਉਹੀ ਕੈਂਚੀ ਨੂੰ ਉਹ ਹੇਠਾਂ ਜਾਣੀ ਕਿ ਆਪਣੀ ਦਸਤਾਰ ਦੇ ਵੱਲ ਤੇ ਨਹੀਂ ਰੱਖਦਾ, ਪਰ ਕੈਂਚੀ ਨੂੰ ਜਿਹੜਾ ਹੈ ਉਹ ਨੀਚੇ ਨੂੰ ਰੱਖਦਾ ਹੈ, ਪੈਰਾਂ ਵਾਲੀ ਸਾਈਡ ਰੱਖਦਾ ਹੈ। ਕਿਉਂਕਿ ਕੈਂਚੀ ਦਾ ਸੁਭਾਅ ਹੈ, ਕੈਂਚੀ ਦੋ ਫਾੜ ਕਰਦੀ ਹੈ। ਪਰ ਇਸੇ ਤਰ੍ਹਾਂ ਜੋ ਮਨੁੱਖ ਦੋ ਪਰਿਵਾਰਾਂ, ਦੋ ਪਿੰਡਾਂ ਨੂੰ, ਦੋ ਦੇਸ਼ਾਂ ਨੂੰ ਪਾੜਦਾ ਹੈ, ਉਹ ਕੈਂਚੀ ਵਿੱਚ ਦਰਜਾ ਰੱਖਦਾ ਹੈ। ਤੇ ਜੋ ਮਨੁੱਖ ਦੋ ਮਨੁੱਖਾਂ ਨੂੰ, ਦੋ ਪਰਿਵਾਰਾਂ ਨੂੰ, ਦੋ ਪਿੰਡਾਂ ਨੂੰ, ਦੋ ਦੇਸ਼ਾਂ ਨੂੰ ਜੋੜਦਾ ਹੈ, ਉਸ ਦਾ ਦਰਜਾ ਸੂਈ ਵਾਂਗ ਉੱਚਾ ਹੁੰਦਾ ਹੈ। ਪਰ ਜਿਹੜਾ ਤੋੜਦਾ ਹੈ, ਉਹਦਾ ਸਥਾਨ ਨੀਵਾਂ ਹੁੰਦਾ ਹੈ। ਸ਼ੇਖ ਫਰੀਦ ਜੀ ਦੇ ਦਰਸ਼ਨ ਕਰਨ ਲਈ ਇੱਕ ਆਦਮੀ ਆਇਆ। ਉਹ ਇੱਕ ਸੁੰਦਰ ਕੈਂਚੀ ਭੇਟ ਵਿੱਚ ਲੈ ਕੇ ਆਇਆ। ਇਸ ਉੱਤੇ ਸੋਨਾ ਮੜਿਆ ਹੋਇਆ ਸੀ। ਇਹ ਕੈਂਚੀ ਉਹਨਾਂ ਦੇ ਖਾਨਦਾਨ ਜੱਦੀ ਪੁਸ਼ਤੀ ਜਿਹੜੀ ਚੱਲੀ ਆ ਰਹੀ ਸੀ। ਇਹ ਭੇਟਾ ਜਦੋਂ ਫਰੀਦ ਜੀ ਨੂੰ ਦੇਣ ਵਾਸਤੇ ਆਇਆ, ਤਾਂ ਫਰੀਦ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਭਲਿਆ ਪੁਰਖਾ, ਇਹ ਕੈਂਚੀ ਦੀ ਥਾਂ ਤੂੰ ਸੂਈ ਹੀ ਲੈ ਆਉਂਦਾ ਤਾਂ ਬਿਹਤਰ ਸੀ। ਸਾਧੂ ਦਾ ਕੈਂਚੀ ਨਾਲ ਜੋੜ ਨਹੀਂ ਹੈ। ਸਾਧੂ ਕਿਸੇ ਦੀ ਜੇਬ ਨਹੀਂ ਕੱਟਦੇ, ਸਗੋਂ ਜੇਬਾਂ ਭਰਨ ਵਾਸਤੇ ਅਰਦਾਸਾਂ ਕਰਦੇ ਨੇ, ਦੁਆਵਾਂ ਕਰਦੇ ਨੇ, ਅਤੇ ਸੂਈ ਵਾਂਗੂ ਸਭ ਨੂੰ ਜੋੜ ਕੇ ਰੱਖਦੇ ਨੇ। ਹੁਣ ਸੂਈ ਦੇ ਦੋ ਹਿੱਸੇ ਹੁੰਦੇ ਨੇ। ਸੂਈ ਦਾ ਮੂੰਹ ਜਾਂ ਨੋਕ ਜਿਹੜੀ ਹੈ ਉਹ ਤੇਜ਼ ਹੁੰਦੀ ਹੈ। ਇਸ ਦੇ ਪਿੱਛੇ ਛੇਕ ਹੁੰਦਾ ਹੈ। ਜਦੋਂ ਤੁਸੀਂ ਸੂਈ ਨੂੰ ਧਿਆਨ ਦੇ ਨਾਲ ਦੇਖੋ, ਸੂਈ ਦਾ ਅਗਲਾ ਪਾਸਾ ਉਹ ਤਿੱਖਾ ਹੁੰਦਾ ਹੈ, ਤੇਜ਼ ਹੁੰਦਾ ਹੈ, ਤੇ ਜੋ ਪਿਛਲਾ ਪਾਸਾ ਹੁੰਦਾ ਹੈ ਉਹਦੇ ਵਿੱਚ ਛੇਕ ਹੁੰਦਾ ਹੈ। ਸੂਈ ਦਾ ਤੇਜ਼ ਵਾਲਾ ਪਾਸਾ ਜਿਹੜਾ ਹੈ ਉਹ ਅੱਗੇ ਚੱਲਦਾ ਹੈ, ਤੇ ਛੇਕ ਵਾਲਾ ਪਾਸਾ ਜਿਹੜਾ ਉਹ ਧਾਗੇ ਨੂੰ ਖਿੱਚਦਾ ਹੈ, ਧਾਗੇ ਨੂੰ ਲੈ ਕੇ ਚੱਲਦਾ ਹੈ। ਇਸੇ ਤਰ੍ਹਾਂ ਸਿੱਖ ਗੁਰੂ ਕੋਲੋਂ ਸੁਰਤ ਦੀ ਸੂਈ ਤੇ ਨਾਮ ਦਾ ਧਾਗਾ ਲੈ ਕੇ ਚੱਲਦਾ ਹੈ। ਜਿਵੇਂ ਖਾਲੀ ਮਸ਼ੀਨ ਜਾਂ ਖਾਲੀ ਚੱਕੀ ਕਿਸੇ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਸੁਰਤ ਨੂੰ ਨਾਮ ਵਿੱਚ ਜੋੜਨ ਤੋਂ ਬਗੈਰ ਜੀਵਨ ਤੇ ਸਵਾਸ ਕਿਸੇ ਕੰਮ ਨਹੀਂ ਆਉਂਦੇ। ਜਿਵੇਂ ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਹੈ, ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾਚਿਤ ਹਰ ਸਿਉ ਲਾਗਾ। ਗੁਰੂ ਨਾਨਕ ਦੇਵ ਜੀ ਜਦੋਂ ਅਸੀਂ ਗੱਲ ਕਰੀਏ, ਗੁਰੂ ਨਾਨਕ ਸਾਹਿਬ ਜੀ ਜਦੋਂ ਲਾਹੌਰ ਗਏ, ਉੱਥੇ ਸੇਠ ਦੁਨੀ ਚੰਦ ਦੇ ਘਰ ਗਏ ਨੇ ਤੇ ਦੁਨੀ ਚੰਦ ਦੇ ਦਰਸ਼ਨ ਕੀਤੇ।
ਦੁਨੀ ਚੰਦ ਦਰਸ਼ਨ ਕਰਕੇ ਬਚਨ ਵਿਲਾਸ ਕਰਦਾ ਹੈ ਤੇ ਸੁਣਦਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਉਹ ਦੁਨੀ ਚੰਦ ਨੂੰ ਇੱਕ ਸੂਈ ਦਿੰਦੇ ਨੇ, ਕਹਿੰਦੇ ਨੇ ਕਿ ਭਲਿਆ ਇਹ ਸੂਈ ਜਿਹੜੀ ਹੈ ਇਹ ਸਾਡੀ ਅਮਾਨਤ ਹੈ, ਅਸੀਂ ਅਗਲੇ ਜਹਾਨ ਵਿੱਚ ਲਵਾਂਗੇ, ਅਗਲੀ ਦਰਗਾਹ ਦੇ ਵਿੱਚ ਲਵਾਂਗੇ। ਹੁਣ ਦੁਨੀ ਚੰਦ ਉਹ ਸੂਈ ਲੈ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸਦਾ ਹੈ। ਆਪਣੀ ਪਤਨੀ ਨੂੰ ਸਾਰੀ ਗੱਲ ਦੱਸਦਾ ਹੈ ਕਿ ਇਵੇਂ ਮਹਾਂਪੁਰਸ਼ ਨੇ ਸੂਈ ਦਿੱਤੀ ਹੈ, ਉਹ ਸੂਈ ਅਗਲੀ ਦਰਗਾਹ ਦੇ ਵਿੱਚ ਲੈਣਗੇ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬੋਲ ਜਦੋਂ ਦੁਨੀ ਚੰਦ ਨੇ ਆਪਣੀ ਘਰਵਾਲੀ ਨੂੰ ਦੱਸੇ ਤੇ ਘਰਵਾਲੀ ਕਹਿਣ ਲੱਗੀ, ਆਪ ਜੀ ਵੀ ਬੜੇ ਭੋਲੇ ਹੋ, ਇਹ ਜਿਹੜੇ ਘੋੜੇ, ਸੋਨਾ, ਚਾਂਦੀ, ਇਹ ਸਾਰਾ ਅਸੀਂ ਇਕੱਠਾ ਕੀਤਾ ਹੋਇਆ ਹੈ, ਮਹਿਲ ਮਾੜੀਆਂ, ਇਹ ਤੇਰੇ ਨਾਲ ਨਹੀਂ ਜਾਣੀਆਂ, ਇਹ ਸਾਡੇ ਨਾਲ ਨਹੀਂ ਜਾਣੀਆਂ। ਤਾਂ ਸੂਈ ਤਾਂ ਬਹੁਤ ਦੂਰ ਦੀ ਗੱਲ ਹੈ, ਇਹ ਸੂਈ ਸਾਡੇ ਨਾਲ ਨਹੀਂ ਜਾ ਸਕਦੀ। ਇਹ ਜਿਹੜਾ ਪੰਜ ਭੂਤਕ ਸਰੀਰ ਹੈ ਇਹ ਵੀ ਸਾਡੇ ਨਾਲ ਨਹੀਂ ਜਾਣਾ, ਪਰ ਸੂਈ ਅਸੀਂ ਕਿਵੇਂ ਲੈ ਕੇ ਜਾ ਸਕਦੇ ਹਾਂ। ਇਹ ਸੁਣ ਕੇ ਦੁਨੀ ਚੰਦ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਅਗਿਆਨ ਦਾ ਅੰਧੇਰਾ ਦੂਰ ਹੋ ਗਿਆ। ਉਸਨੇ ਗਰੀਬਾਂ ਨੂੰ ਆਪਣਾ ਸਾਰਾ ਧਨ ਦਾਨ ਕਰ ਦਿੱਤਾ, ਧਰਮਸ਼ਾਲਾ ਬਣਵਾਈਆਂ, ਰੋਜ਼ਾਨਾ ਸੰਗਤ ਦੇ ਜੁੜਨ ਦਾ ਪ੍ਰਬੰਧ ਕੀਤਾ ਤੇ ਆਪਣਾ ਜੀਵਨ ਸਫਲ ਕਰ ਲਿਆ। ਇੱਕ ਸੂਈ ਤੋਂ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਜੀਵਨ ਦਾ ਟਾਂਕਾ ਬਦਲ ਦਿੱਤਾ। ਹੁਣ ਵੇਖੋ, ਇੱਕ ਮਾਈ ਬਾਜ਼ਾਰ ਵਿੱਚ ਰਾਤ ਵੇਲੇ ਕੋਈ ਚੀਜ਼ ਲੱਭ ਰਹੀ ਸੀ। ਲੰਘਦੇ ਰਾਹੀ ਨੇ ਪੁੱਛਿਆ, ਮਾਤਾ ਜੀ ਕੀ ਲੱਭ ਰਹੇ ਹੋ? ਉਸਨੇ ਉੱਤਰ ਦਿੱਤਾ, ਪੁੱਤਰ ਮੇਰੀ ਸੂਈ ਘਰ ਵਿੱਚ ਗੁਆਚ ਗਈ ਹੈ, ਮੈਂ ਸੂਈ ਲੱਭ ਰਹੀ ਹਾਂ। ਰਾਹੀ ਨੇ ਪ੍ਰਸ਼ਨ ਕੀਤਾ, ਸੂਈ ਤਾਂ ਘਰ ਵਿੱਚ ਗਵਾਚੀ ਹੈ, ਤਾਂ ਲੱਭ ਤੁਸੀਂ ਸੜਕ ਤੇ ਰਹੇ ਹੋ। ਮਾਈ ਨੇ ਉੱਤਰ ਦਿੱਤਾ, ਮੇਰੇ ਘਰ ਵਿੱਚ ਕੋਈ ਦੀਵਾ ਨਹੀਂ ਹੈ, ਇਸ ਲਈ ਇੱਥੇ ਬਾਜ਼ਾਰ ਦੀ ਰੋਸ਼ਨੀ ਵਿੱਚ ਆਪਣੀ ਸੂਈ ਲੱਭ ਰਹੀ ਹਾਂ। ਇਹੀ ਗੱਲ ਸਾਰੀ ਮਨੁੱਖਤਾ ਦੀ ਹੈ। ਹਰ ਮਨੁੱਖ ਦੇ ਘਰ ਵਿੱਚ ਆਤਮਾ ਰੂਪੀ ਸੂਈ ਗਵਾਚੀ ਪਈ ਹੈ। ਮਨੁੱਖ ਆਪਣੇ ਸਰੀਰ ਦੇ ਅੰਦਰ ਨਜ਼ਰ ਨਹੀਂ ਮਾਰਦਾ ਤੇ ਬਾਹਰੋਂ ਇਸ ਵਸਤੂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਸਰੀਰ ਰੂਪੀ ਘਰ ਵਿੱਚ ਗਿਆਨ ਦੀ ਰੋਸ਼ਨੀ ਨਹੀਂ। ਤਾਂ ਗੁਰਬਾਣੀ ਦਾ ਹੁਕਮ ਹੈ, ਗੁਰ ਕਾ ਸ਼ਬਦ ਕਰ ਦੀਪਕੋ, ਇਹ ਸਤ ਕੀ ਸੇਜ ਵਿਛਾਇਰੀ। ਇਹ ਪਾਵਨ ਸ਼ਬਦ 400 ਅੰਗ ਤੇ ਹੈ। ਭਾਵ ਗੁਰੂ ਦਾ ਸ਼ਬਦ ਦੀਵਾ ਬਣ ਕੇ ਸੱਤ ਦੀ ਸੇਜਾ ਵਿਛਾ ਦਿੰਦਾ ਹੈ, ਤਾਂ ਉਹ ਪਿਆਰਾ ਪ੍ਰੀਤਮ ਤੈਨੂੰ ਆਪਣੇ ਹਿਰਦੇ ਦੀ ਸੇਜ ਤੇ ਹੀ ਨਜ਼ਰ ਆ ਜਾਵੇ। ਇੱਥੇ ਹੀ ਬਸ ਨਹੀਂ, ਹਜ਼ਰਤ ਮੂਸਾ ਜੀ ਕਿਤੇ ਜਾ ਰਹੇ ਸਨ। ਰਸਤੇ ਵਿੱਚ ਇੱਕ ਆਜੜੀ ਆਪਣੀਆਂ ਭੇਡਾਂ ਚਰਾ ਰਿਹਾ ਸੀ। ਆਜੜੀ ਇੱਕ ਦਰਖਤ ਥੱਲੇ ਬੈਠਾ ਰੱਬ ਨੂੰ ਕਹਿ ਰਿਹਾ ਸੀ, ਹੇ ਰੱਬਾ, ਜੇ ਤੂੰ ਆਵੇਂ ਤਾਂ ਮੈਂ ਤੈਨੂੰ ਭੇਡਾਂ ਦਾ ਦੁੱਧ ਪਿਆਵਾਂ, ਤੈਨੂੰ ਇਸ਼ਨਾਨ ਕਰਾਵਾਂ, ਤੇਰੀਆਂ ਜੂਆਂ ਕੱਢਾਂ, ਤੇਰੇ ਪਾਟੇ ਕੱਪੜੇ ਸੀਵਾਂ ਤੇ ਕੱਪੜੇ ਧੋਵਾਂ। ਇਹ ਸੁਣ ਕੇ ਮੂਸਾ ਜੀ ਨੂੰ ਗੁੱਸਾ ਆ ਗਿਆ। ਉਹਨਾਂ ਨੇ ਆਜੜੀ ਤੇ ਮੂੰਹ ਤੇ ਜ਼ੋਰ ਦੀ ਚਪੇੜ ਮਾਰੀ ਤੇ ਆਖਿਆ, ਕਦੀ ਰੱਬ ਨੂੰ ਜੂਆਂ ਪਈਆਂ ਨੇ, ਕਦੀ ਉਸਦੇ ਕੱਪੜੇ ਵੀ ਪਾਟੇ ਨੇ, ਕਦੀ ਉਸ ਨੂੰ ਭੁੱਖ ਲੱਗੀ ਹੈ, ਤੂੰ ਰੱਬ ਦੀ ਨਿਰਾਦਰੀ ਕਰ ਰਿਹਾ ਭਲਿਆ। ਇਹ ਕਹਿ ਕੇ ਮੂਸਾ ਜੀ ਆਪਣੇ ਪਹਾੜੀ ਵਾਲੇ ਤਪ ਅਸਥਾਨ ਤੇ ਪਹੁੰਚੇ। ਜਦੋਂ ਭਗਤੀ ਕਰਨ ਲਈ ਬੈਠੇ ਤਾਂ ਆਵਾਜ਼ ਆਈ, ਤੂੰ ਬੁਰਾਏ ਵਸਲ ਕਰਦਨ ਆਦਮੀ, ਨੈ ਬਰਾਏ ਫਸਲ ਕਰਦਨ ਆਦਮੀ।
ਇਹ ਪਾਵਨ ਬੋਲ ਮੂਲਾਨਾ ਰੂਪ ਦੇ ਨੇ। ਕਹਿਣ ਲੱਗੇ, ਹੇ ਮੂਸਾ, ਤੂੰ ਦੁਨੀਆ ਦੇ ਲੋਕਾਂ ਨੂੰ ਮੇਰੇ ਨਾਲ ਮਿਲਾਉਣ ਲਈ ਆਇਆ ਹੈ ਜਾਂ ਮੇਰੇ ਤੋਂ ਵਿਛੋੜਨ ਲਈ? ਉਹ ਆਜੜੀ ਜੋ ਮੇਰੇ ਨਾਲ ਜੁੜਿਆ ਹੋਇਆ ਸੀ ਤੇ ਪ੍ਰੇਮ ਨਾਲ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸ ਨੂੰ ਚਪੇੜ ਮਾਰ ਕੇ ਤੂੰ ਕੈਂਚੀ ਦਾ ਕੰਮ ਕੀਤਾ, ਸੂਈ ਵਾਲਾ ਨਹੀਂ। ਜੇ ਮੇਰੇ ਨਾਲ ਜੁੜਨਾ ਹੈ ਤਾਂ ਉਸ ਆਜੜੀ ਤੋਂ ਜਾ ਕੇ ਮਾਫੀ ਮੰਗ। ਇਹ ਸੁਣ ਕੇ ਮੂਸਾ ਜੀ ਹੈਰਾਨ ਹੋ ਕੇ ਗਲਤੀ ਨਾਲ ਹੱਥ ਜੋੜ ਕੇ ਆਪਣੀ ਝਿੜਕ ਦਾ ਪਾਪ ਕੀਤਾ ਹੋਇਆ ਉਹਦੀ ਖਿਮਾ ਮੰਗਦੇ ਨੇ। ਕਹਿਣ ਲੱਗੇ, ਹੇ ਪਰਮਾਤਮਾ, ਹੇ ਅੱਲਾ, ਮੇਰੇ ਕੋਲ ਜੇ ਗਲਤੀ ਹੋ ਗਈ ਹੈ ਤੇ ਮੈਨੂੰ ਮਾਫ ਕਰ ਦਿਓ, ਕਿਉਂਕਿ ਮੈਂ ਗਲਤੀ ਨਾਲ ਰੱਬ ਦੇ ਨਾਲ ਜੁੜੇ ਹੋਏ ਨੂੰ ਝਿੜਕ ਕੇ ਪਾਪ ਕੀਤਾ। ਗੁਰਬਾਣੀ ਦਾ ਪਾਵਨ ਸ਼ਬਦ ਹੈ, ਲੋਹਾ ਫੰਡੇ ਦਰਜੀ, ਪਾੜੇ ਸੂਈ ਧਾਗਾ ਸੀਵੇ, ਇਉਂ ਪਤ ਪਾਟੀ ਸਿਫਤੀ, ਸੀਪੈ ਨਾਨਕ ਜੀਵਤ ਜੀਵੈ। ਸੱਚ ਕਦੀ ਵੀ ਪੁਰਾਣਾ ਨਹੀਂ ਹੁੰਦਾ ਅਤੇ ਨਾ ਹੀ ਕਦੀ ਪਾਟਦਾ ਹੈ। ਕਿਉਂ? ਕਿਉਂਕਿ ਉਸ ਨੂੰ ਕੋਈ ਝੂਠ ਦੀ ਕੈਂਚੀ ਪਾੜ ਨਹੀਂ ਸਕਦੀ। ਪਾਵਨ ਸ਼ਬਦ ਹੈ, ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੈ, ਨਾਨਕ ਸਾਹਿਬ ਸਦੋ ਸੱਚਾ, ਤਿਚਰ ਜਾਪੀ ਜਾਪੈ। ਇਹ ਪਾਵਨ ਬੋਲ ਨੇ ਗੁਰਬਾਣੀ ਦੇ ਅੰਦਰ। ਇੱਕ ਮੈਂ ਛੋਟੀ ਜਿਹੀ ਗਾਥਾ ਆਪ ਜੀ ਦੇ ਨਾਲ ਹੋਰ ਸਾਂਝੀ ਕਰਾਂ। ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਗੁਰੂ ਰਿਸ਼ੀ ਵਸ਼ਿਸ਼ਠ ਜੀ ਨੂੰ ਪ੍ਰਸ਼ਨ ਕੀਤਾ ਸੀ ਕਿ ਜਿਸ ਰੱਬ ਦੀ ਆਪ ਰੋਜ਼ ਗੱਲ ਕਰਦੇ ਹੋ, ਰੋਜ਼ ਬਿਆਨ ਕਰਦੇ ਹੋ, ਉਸ ਦਾ ਜਸ ਤੇ ਉਪਦੇਸ਼ ਕਰਦੇ ਹੋ, ਉਸ ਦੇ ਦਰਸ਼ਨ ਵੀ ਕਰਾਓ ਕਿ ਉਹ ਕਿੱਡਾ ਕੁ ਵੱਡਾ ਹੈ, ਕਿਹੋ ਜਿਹਾ ਦਿਖਦਾ ਹੈ। ਇਹ ਸੁਣ ਕੇ ਰਿਸ਼ੀ ਵਸ਼ਿਸ਼ਠ ਜੀ ਨੇ ਇੱਕ ਸੂਈ ਮੰਗਵਾ ਕੇ ਸ਼੍ਰੀ ਰਾਮ ਜੀ ਨੂੰ ਦਿੱਤੀ ਤੇ ਆਖਿਆ, ਇਸ ਛੇਕ ਜੋ ਸੂਈ ਦਾ ਨਜ਼ਰ ਆ ਰਿਹਾ ਹੈ, ਜੋ ਸੂਈ ਦਾ ਛੇਕ ਹੈ, ਇਸ ਛੇਕ ਦੇ ਵਿੱਚੋਂ ਪੈਰ ਹੇਠਾਂ ਵਿਛਿਆ ਗਲੀਚਾ ਲੰਘਾ ਦਿਓ। ਸ਼੍ਰੀ ਰਾਮ ਜੀ ਨੇ ਉੱਤਰ ਦਿੱਤਾ, ਇਹ ਕਿਵੇਂ ਹੋ ਸਕਦਾ ਹੈ? ਗਲੀਚਾ ਤਾਂ ਬਹੁਤ ਵੱਡਾ ਹੈ ਤੇ ਛੇਕ ਬਹੁਤ ਛੋਟਾ ਹੈ। ਹੁਣ ਰਿਸ਼ੀ ਵਸ਼ਿਸ਼ਠ ਜੀ ਕਹਿਣ ਲੱਗੇ, ਰਾਮ ਜੀ, ਮਨੁੱਖ ਦਾ ਦਿਮਾਗ ਵੀ ਸੂਈ ਦੇ ਛੇਕ ਵਰਗਾ ਹੈ ਅਤੇ ਪਰਮਾਤਮਾ ਗਲੀਚਾ ਹੈ। ਬੁੱਧੀ ਤੇ ਛੇਕ ਵਿੱਚੋਂ ਐਡਾ ਵੱਡਾ ਸਰਵ ਵਿਆਪਕ ਪਰਮਾਤਮਾ ਕਿਵੇਂ ਲੰਘ ਸਕਦਾ ਹੈ? ਤੇਰਾ ਤੇ ਤੇਰੇ ਪਿਤਾ ਦਾ ਸਾਰਾ ਰਾਜ ਭਾਗ, ਖਜ਼ਾਨਾ, ਫੌਜ, ਹਾਥੀ, ਘੋੜੇ ਅਤੇ ਦੇਸ਼ ਵਿੱਚ ਇੱਕ ਇਹ ਸਾਰੇ ਛੇਕ ਨੇ। ਇਸ ਵਿੱਚੋਂ ਪਰਮਾਤਮਾ ਦੇ ਦਰਸ਼ਨ ਦਾ ਗਲੀਚਾ ਕਿਵੇਂ ਲੰਘ ਸਕਦਾ ਹੈ? ਹਾਂ, ਜੇ ਪ੍ਰੇਮ ਹੈ ਤਾਂ ਉਹ ਸੂਈ ਦੇ ਛੇਕ ਤੋਂ 10ਵੇਂ ਛੋਟੇ 10ਵੇਂ ਹਿੱਸੇ ਵਿੱਚੋਂ ਵੀ ਲੰਘ ਸਕਦਾ ਹੈ। ਭਗਵਾਨ ਰਾਜਮਾਲ ਦੇ ਹੰਕਾਰ ਦੇ ਛੇਕ ਵਿੱਚੋਂ ਨਜ਼ਰ ਨਹੀਂ ਆ ਸਕਦਾ। ਭਗਵਾਨ ਰਾਜਮਾਲ ਦੇ ਹੰਕਾਰ ਦੇ ਛੇਕ ਵਿੱਚੋਂ ਨਜ਼ਰ ਨਹੀਂ ਆ ਸਕਦਾ। ਭਲਿਆ, ਜਿਵੇਂ ਸੂਈ ਪੁਰਾਤਨ ਤੇ ਨਵੀਨ ਇਤਿਹਾਸ ਵਿੱਚ ਆਪਣਾ ਉੱਚ ਅਸਥਾਨ ਅਤੇ ਇੱਕ ਵੱਡਾ ਦਰਜਾ ਰੱਖਦੀ ਹੈ ਨਾ, ਇਸੇ ਤਰ੍ਹਾਂ ਪ੍ਰੇਮ ਨਾਲ ਈਸ਼ਵਰ ਵਿੱਚ ਜੁੜਨਾ ਵੀ ਇੱਕ ਮਹਾਨ ਦਰਜਾ ਹੈ। ਇੱਕ ਪਾਵਨ ਸ਼ਬਦ ਨੇ ਗੁਰਬਾਣੀ ਦੇ ਅੰਦਰ, ਨਾਨਕ ਆਖਿਆ ਇਹ ਵਿਚਾਰ, ਸਿਫਤੀ ਗੰਢ ਭਵੈ ਦਰਬਾਰ। ਇਹ ਪਾਵਨ ਬੋਲ ਨੇ ਗੁਰੂ ਨਾਨਕ ਦੀ ਬਾਣੀ ਦੇ। ਸਤਿਗੁਰੂ ਕਿਰਪਾ ਕਰੇ ਸਾਡੀ ਭਾਵਨਾ ਵੀ ਉਸ ਸੂਈ ਦੇ ਵਾਂਗ ਬਣ ਜਾਵੇ
ਤਾਂ ਅਸੀਂ ਵੀ ਸਾਡੇ ਮਨਾਂ ਦੇ ਵਿੱਚ ਜਿੰਨੇ ਵੀ ਵੈਰ ਵਿਰੋਧ ਉਹ ਸਾਡੇ ਦੂਰ ਕਰ ਦੇਣ ਸਤਿਗੁਰੂ, ਤੇ ਸਾਡੇ ਅੰਦਰ ਇਹ ਭਾਵਨਾ ਬਣ ਜਾਵੇ ਕਿ ਸਤਿਗੁਰੂ ਇਹ ਸਾਰੇ ਤੇਰੇ ਹੀ ਬਣਾਈ ਕਾਇਨਾਤ ਹੈ, ਇਹ ਤੇਰੇ ਹੀ ਬਣਾਏ ਹੋਏ ਬੰਦੇ ਨੇ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਤੇ ਸਤਿਗੁਰੂ ਤੇਰੇ ਹੀ ਬੰਦੇ ਨੇ ਤੇ ਮੈਂ ਵੈਰ ਕਿਉਂ ਕਰਾਂ, ਮੈਂ ਇਹਨਾਂ ਦੇ ਨਾਲ ਕਿਉਂ ਲੜਾਂ, ਮੈਂ ਇਹਨਾਂ ਨੂੰ ਕਿਉਂ ਪਾੜਾਂ। ਤੇ ਸਤਿਗੁਰੂ ਸਾਡੇ ਅੰਦਰ ਸੂਈ ਦੀ ਭਾਵਨਾ ਜਿਹੜੀ ਹੈ ਉਹ ਬਣਾ ਕੇ ਰੱਖਣ, ਤਾਂ ਜੋ ਅਸੀਂ ਸਾਰਿਆਂ ਦੇ ਨਾਲ ਪ੍ਰੇਮ ਦੇ ਨਾਲ ਰਹੀਏ, ਪ੍ਰੇਮ ਨੂੰ ਜੋੜ ਸਕੀਏ, ਤਾਂ ਕੈਂਚੀ ਵਾਲੀ ਭਾਵਨਾ ਜਿਹੜੀ ਹੈ ਉਹ ਸਾਡੇ ਅੰਦਰੋਂ ਖਤਮ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।